ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12th ਕਲਾਸ ਦੀ ਬੁੱਕ ਵੈਲਕਮ ਲਾਈਫ ਤੇ ਉਹਦਾ 6ਵਾਂ ਲੈਸਨ ਅੰਡਰਸਟੈਂਡਿੰਗ ਟੂ ਓਵਰਕਮ ਐਂਗਰ, ਸਟ੍ਰੈਸ ਐਂਡ ਇਨਸਾਈਟ ਆਫ ਪ੍ਰੋਸਪਰਸ ਲਾਈਫ। ਗੁੱਸੇ ਨੂੰ, ਤਣਾਅ ਨੂੰ ਕਾਬੂ ਵਿੱਚ ਪਾਉਣ ਦੀ ਸਮਝ ਰੱਖਣਾ ਤੇ ਨਾਲ ਦੀ ਨਾਲ ਇਸੇ ਸਮਝ ਨੂੰ ਵਰਤਦੇ ਹੋਏ ਖੁਸ਼ਹਾਲ ਜੀਵਨ ਬਤੀਤ ਕਰਨਾ। की उद्देश्य ने इस चैप्टर दे टू अंडरस्टैंड द कॉजेज ऑफ स्ट्रेस एंड एंजाइटी इन एडोलसेंस विद अ सेंस ऑफ रिस्पॉन्सिबिलिटी। एक ਵੱਧਦੀ ਉਮਰ ਦੇ ਵਿੱਚ ਬੱਚਿਆਂ ਨੂੰ ਸਟ੍ਰੈਸ ਹੁੰਦਾ ਹੈ, ਤਣਾਅ ਹੁੰਦਾ ਹੈ, ਚਿੰਤਾ ਹੁੰਦੀ ਹੈ। ਉਹ ਕਿਉਂ ਹੁੰਦੀ ਹੈ ਉਹਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਸਾਰੀਆਂ ਗੱਲਾਂ ਕਿਉਂ ਹੁੰਦੀਆਂ ਨੇ ਬੱਚਿਆਂ ਵਿੱਚ, ਅਧੇੜ ਉਮਰ ਦੇ ਬੱਚਿਆਂ ਵਿੱਚ। To control the emotions of anger and jealousy created as a reaction of mental stress। ਦਿਮਾਗੀ ਤਣਾਵ ਦੇ ਕਰਕੇ ਕਈ ਵਾਰ ਗੁੱਸਾ ਆ ਜਾਂਦਾ ਹੈ ਬੰਦੇ ਨੂੰ, ਈਰਖਾ ਕਰਦਾ ਹੈ ਬੰਦਾ, ਉਹਨਾਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। Third, creating a prosperous lifestyle based on mental energy and good health। ਚੰਗੀ ਸਿਹਤ ਤੇ ਮਾਨਸਿਕ એનર્ਜੀ ਦੇ ਨਾਲ ਇੱਕ ਵਧੀਆ ਜੀਵਨ ਬਤੀਤ ਕਰਨਾ ਜੋ ਕਿ ਤੁਹਾਡੇ ਲਈ खुशहाली लेके आए। You should accept it that nobody is better than you in this world। ਤੁਹਾਨੂੰ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਵੀ ਹੈ ਤੇ ਪਏਗੀ ਵੀ ਕਿ ਤੁਹਾਡੇ ਤੋਂ ਵਧੀਆ ਕੋਈ ਨਹੀਂ ਹੈ ਇਸ ਦੁਨੀਆ ਵਿੱਚ। And there is no other personality like you in your surroundings। ਤੇ ਤੁਹਾਡੀ ਸ਼ਖਸੀਅਤ ਵਰਗੇ ਹੋਰ ਕੋਈ ਵੀ ਇਨਸਾਨ ਨਹੀਂ ਹੈ ਤੁਹਾਡੇ ਆਲੇ ਦੁਆਲੇ। ਤੁਸੀਂ ਆਪਣੇ ਆਪ ਦੇ ਵਿੱਚ ਵੱਖ ਹੈਗੇ ਹੋ, ਡਿਫਰੈਂਟ ਹੈਗੇ ਹੋ, ਯੂਨੀਕ ਹੈਗੇ ਹੋ। It is also not impossible that you cannot find a person in this society whose personality is similar to that of yours। ਤੇ ਇਦਾਂ ਦੀ ਗੱਲ ਨਹੀਂ ਹੈ ਵੀ ਅਸੰਭਵ ਜਿਹਾ ਹੈਗਾ ਵੀ ਤੁਹਾਡੀ ਪਰਸਨੈਲਿਟੀ ਨੂੰ ਮੈਚ ਕਰਦਾ ਹੋਇਆ ਕੋਈ ਇਨਸਾਨ ਤੁਹਾਨੂੰ ਸੁਸਾਇਟੀ 'ਚ ਨਾ ਮਿਲੇ। ਅਸੰਭਵ ਤਾਂ ਕੁਝ ਵੀ ਨਹੀਂ ਹੈ, ਆਪਣੀ ਸ਼ਖਸੀਅਤ ਵਰਗੇ ਹੋਰ ਵੀ ਬਹੁਤ ਸਾਰੇ ਬੰਦੇ ਹੁੰਦੇ ਨੇ ਸਮਾਜ ਦੇ ਵਿੱਚ। One must admit that if any person can become great through his contribution, then you can also become great। ਤੁਹਾਨੂੰ ਇਹ ਮੰਨਣਾ ਪਵੇਗਾ ਕਿ ਜੇਕਰ ਕੋਈ ਵਿਅਕਤੀ ਆਪਣੇ ਯੋਗਦਾਨ ਨਾਲ ਮਹਾਨ ਬਣ ਸਕਦਾ ਹੈ ਤਾਂ ਤੁਸੀਂ ਵੀ ਮਹਾਨ ਬਣ ਸਕਦੇ ਹੋ ਆਪਣੇ ਯੋਗਦਾਨ ਨਾਲ। To maintain this purpose, first of all, one needs to develop self-confidence and to get rid of all types of mental stress and anger। ਇਹ ਚੀਜ਼ ਹਾਸਲ ਕਰਨ ਦੇ ਲਈ ਅਸੀਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਕਰਨੀ ਹੈ ਉਹ ਆਪਣੇ ਉੱਤੇ ਭਰੋਸਾ ਲੈ ਕੇ ਆਉਣਾ, ਸੈਲਫ ਕੌਨਫੀਡੈਂਸ ਤੇ ਦਿਮਾਗ ਤੇ ਬਿਲਕੁਲ ਜ਼ੋਰ ਨਹੀਂ ਪਾਉਣਾ। ਆਤਮ ਵਿਸ਼ਵਾਸ ਤਾਂ ਲੈ ਕੇ ਆਉਣਾ ਹੀ ਹੈ ਪਰ ਆਪਣੀ ਮਾਨਸਿਕ ਸਥਿਤੀ ਨੂੰ ਠੀਕ ਰੱਖਣਾ, ਗੁੱਸੇ ਤੋਂ ਛੁਟਕਾਰਾ ਪਾਉਣਾ, ਇਹ ਸਾਰੀਆਂ ਗੱਲਾਂ ਜ਼ਰੂਰੀ ਹੁੰਦੀਆਂ ਨੇ। We can relish our dreams by getting rid of all types of bad habits in our life। ਅਸੀਂ ਆਪਣੀ ਜ਼ਿੰਦਗੀ ਦੀ ਹਰ ਕਿਸਮ ਦੀਆਂ ਬੁਰੀ ਆਦਤਾਂ ਨੂੰ ਛੁਟਕਾਰਾ ਪਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ। ਅਕੋਰਡਿੰਗ ਟੂ FLY ਪ੍ਰਿੰਸੀਪਲ, ਇਹ ਪ੍ਰਿੰਸੀਪਲ ਹੈਗਾ, ਠੀਕ ਹੈ, ਇੱਕ ਸਿਧਾਂਤ ਹੈਗਾ। The term first love yourself makes us realize that there is not any task that is impossible for us। ਇਹ ਜਿਹੜਾ ਸਿਧਾਂਤ ਹੈਗਾ ਉਹ ਕਹਿੰਦਾ ਵੀ ਆਪਣੇ ਆਪ ਨੂੰ ਪਿਆਰ ਕਰੋ ਤੇ ਸਾਨੂੰ ਇਹ ਰਿਅਲਾਈਜ਼ ਕਰਾਉਂਦਾ ਵੀ ਅਜਿਹਾ ਕੋਈ ਵੀ ਕੰਮ ਐਦਾਂ ਦਾ ਨਹੀਂ ਹੈ ਜੋ ਅਸੀਂ ਨਾ ਕਰ ਸਕੀਏ, ਜੋ ਇੰਪੋਸੀਬਲ ਹੋਏ, ਅਸੰਭਵ ਹੋਏ। Hence, if we keep on loving our dreams and their credibility and keep our spirits and morale high, then external circumstances cannot hurt our mind। ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੈ, ਉਹਨਾਂ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈਗਾ, ਆਪਣੇ ਤੇ ਵਿਸ਼ਵਾਸ ਰੱਖਣਾ ਜ਼ਰੂਰੀ ਹੈਗਾ, ਉੱਚਾ ਤੇ ਵਧੀਆ ਸੋਚਣਾ ਜ਼ਰੂਰੀ ਹੈਗਾ। ਐਵੇਂ ਨਹੀਂ ਸੋਚਣਾ ਚਾਹੀਦਾ ਵੀ ਇਹ ਤਾਂ ਸਾਡੇ ਤੋਂ ਹੋਏਗਾ ਹੀ ਨਹੀਂ। ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈਗਾ, ਇਹ ਭਾਵਨਾਵਾਂ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਹੈਗੀਆਂ ਆਪਣੇ ਵਿੱਚ ਕਿ ਬਾਹਰਲੀ ਕਿਸੇ ਚੀਜ਼ ਦਾ ਤੁਹਾਡੇ ਤੇ ਅਸਰ ਨਹੀਂ ਹੋਏਗਾ। ਜੇ ਮੈਂ ਕਹਾਂ ਕਿ ਮੈਂ ਕਰ ਸਕਦੀ ਹਾਂ ਤੇ ਮੈਂ ਕਰਕੇ ਦਿਖਾਵਾਂਗੀ। This world is like an idealistic drama। ਇਹ ਜਿਹੜੀ ਦੁਨੀਆ ਹੈਗੀ ਹੈ ਤਾਂ ਸਾਰੇ ਪਾਸੇ ਇੱਕ ਡਰਾਮਾ ਹੀ ਚੱਲ ਰਿਹਾ ਹੈ ਨਾ, ਮਤਲਬ ਜਿਹੜਾ ਤੁਸੀਂ ਆਪ ਦੇਖ ਰਹੇ ਹੋ। ਬਸ ਇਹ ਹੈਗਾ ਵੀ ਇਹ ਜਿਹੜਾ ਨਾਟਕ ਚੱਲ ਰਿਹਾ ਹੈ ਆਦਰਸ਼ਵਾਦੀ ਨਾਟਕ ਚੱਲ ਰਿਹਾ ਹੈ ਦੁਨੀਆ 'ਚ। ਕੁਝ ਪ੍ਰਿੰਸੀਪਲਸ, ਕੁਝ ਸਿਧਾਂਤਾਂ ਦੇ ਅਧੀਨ ਚੱਲ ਰਹੇ ਹੈ।
Our temperament should be to accept ourselves as a part of this drama by remaining happy and free of anxiety. ਤੇ ਇਸ ਜਿਹੜਾ ਆਸ਼ਾਵਾਦੀ ਜਾਂ ਆਦਰਸ਼ਵਾਦੀ ਨਾਟਕ ਚੱਲ ਰਿਹਾ, ਸਾਡਾ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ ਕਿ ਅਸੀਂ ਖੁਸ਼ ਹੋ ਕੇ, ਚਿੰਤਾ ਮੁਕਤ ਹੋ ਕੇ ਅਸੀਂ ਆਪਣੇ ਆਪ ਨੂੰ ਇਸ ਨਾਟਕ ਦਾ ਹਿੱਸਾ ਮੰਨੀਏ। ਕਿਉਂ ਨਾ ਆਪਾਂ ਉਦਾਂ ਹੀ ਚੱਲੀਏ ਜਿਵੇਂ ਸਮਾਜ 'ਚ ਬਾਕੀ ਸਾਰੇ ਚੱਲਦੇ ਨੇ। ਸੋ ਬਾਈ ਗੈਟਿੰਗ ਰਿਡ ਆਫ ਆਲ ਟਾਈਪਸ ਆਫ ਐਂਗਜ਼ਾਇਟੀ, ਹਰ ਤਰੀਕੇ ਦੀਆਂ ਚਿੰਤਾਵਾਂ ਤੋਂ ਛੁਟਕਾਰਾ ਪਾ ਕੇ, while relishing this life, ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹੋਏ, that is full of hope, ਉਸ ਜ਼ਿੰਦਗੀ ਦਾ ਜਿਹਦੇ ਵਿੱਚ ਬਹੁਤ ਸਾਰੀ ਆਪਾਂ ਕਹਿ ਸਕਦੇ ਹਾਂ ਆਸ਼ਾਵਾਂ ਹੈਗੀਆਂ ਨੇ, and enthusiasm, ਤੇ ਨਾਲ ਦੀ ਨਾਲ ਉਤਸ਼ਾਹ ਵੀ ਹੈਗਾ। If sometimes we face any adversity or hardship, then we should not get disheartened. ਜ਼ਿੰਦਗੀ ਦੇ ਵਿੱਚ ਟੈਨਸ਼ਨ ਨਹੀਂ ਲੈਣੀ ਚਾਹੀਦੀ। ਜੇ ਮੁਸ਼ਕਲਾਂ ਆ ਜਾਣ, ਮੁਸੀਬਤ ਆ ਜਾਏ ਤਾਂ ਉਹਦਾ ਸਾਹਮਣਾ ਕਰਨਾ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ। If we develop this insight to remove stress, ਜੇ ਆਪਾਂ ਦਿਮਾਗ 'ਚ ਇਹ ਸੋਚ ਲਈਏ ਵੀ ਆਪਾਂ ਤਣਾਅ ਤੋਂ ਦੂਰ ਰਹਿਣਾ, ਇਹ ਸੋਚ ਸਮਝ ਕੇ ਆਪਾਂ ਚੱਲੀਏ, then we can lead a prosperous life that is free from anxiety, ਤੇ ਆਪਾਂ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ ਜਿਹਦੇ ਵਿੱਚ ਟੈਨਸ਼ਨ ਹੈ ਹੀ ਨਹੀਂ, ਤਣਾਅ ਹੈ ਹੀ ਨਹੀਂ। ਤੁਸੀਂ ਇਹੀ ਸੋਚੋ ਨਾ, ਜ਼ਿਆਦਾਤਰ ਬਿਮਾਰੀਆਂ ਕਿਉਂ ਲੱਗਦੀਆਂ ਨੇ? ਟੈਨਸ਼ਨਾਂ ਕਰਕੇ, ਮੈਂ ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਪਰ ਜ਼ਿੰਦਗੀ ਇੰਨਾ ਕੁਝ ਤੁਹਾਨੂੰ ਦੇ ਰਹੀ ਹੈ, ਤੁਹਾਡੇ ਕੋਲ ਇੰਨੀਆਂ ਹੋਪਸ ਹੈਗੀਆਂ ਨੇ, ਐਸਪੀਰੇਸ਼ਨਸ ਹੈਗੀਆਂ ਨੇ, ਫਿਰ ਟੈਨਸ਼ਨ ਕਿਉਂ ਲੈਣੀ? ਵਧੀਆ ਤਾਂ ਹੁੰਦਾ ਰਹੇਗਾ। ਤੁਸੀਂ ਆਪਣੀ ਸੋਚ ਵਧੀਆ ਰੱਖੋ। If there is no stress, then there will not be any space for anger or rage in our life. ਜੇਕਰ ਤਣਾਵ ਨਹੀਂ ਹੋਏਗਾ ਸਾਡੀ ਜ਼ਿੰਦਗੀ 'ਚ, ਤਾਂ ਫਿਰ ਸਾਡੇ ਨੂੰ ਗੁੱਸਾ ਕਿਵੇਂ ਆਏਗਾ? ਜ਼ਿੰਦਗੀ ਵਿੱਚ ਗੁੱਸੇ ਦੀ ਤਾਂ ਕੋਈ ਥਾਂ ਰਹੇਗੀ ਨਹੀਂ ਸਾਡੀ ਜ਼ਿੰਦਗੀ 'ਚ। Some of the statistics from various surveys conducted on anxieties, ਕੁਝ ਸਰਵੇ ਹੋਏ, ਪੜ੍ਹਾਈ ਹੋਈ, ਆંકੜੇ ਆਏ ਸਰਵੇ ਕਰਕੇ ਆਪਣਾ ਐਂਗਜ਼ਾਇਟੀ ਦੇ ਉੱਤੇ, ਐਂਡ ਸਟ੍ਰੈਸ ਆਫ ਮੈਨ, ਵੀ ਬੰਦਾ ਕਿੰਨਾ ਸਟ੍ਰੈਸ ਲੈਂਦਾ, ਚਿੰਤਾ ਲੈਂਦਾ, ਤਣਾਵ ਲੈਂਦਾ, should also be considered carefully. ਇਹਨਾਂ ਨੂੰ ਧਿਆਨ ਨਾਲ ਪੜ੍ਹਿਓ, ਇਹਦੇ 'ਚ ਕੀ ਲਿਖਿਆ ਗਿਆ ਹੈ। According to the various surveys, ਜਿਹੜੇ ਵੱਖ-ਵੱਖ ਸਰਵੇ ਆਏ ਨੇ, ਆંકੜੇ ਆਏ ਨੇ, we can come to the conclusion that so many anxieties have been created by man themselves for some reason or the other. ਇਹਨਾਂ 'ਚ ਇਹੀ ਦੱਸਿਆ ਗਿਆ ਹੈ ਕਿ ਬੰਦਾ ਆਪਣੇ ਆਪ ਹੀ ਆਪਣੇ ਲਈ ਟੈਨਸ਼ਨਾਂ ਪੈਦਾ ਕਰ ਲੈਂਦਾ ਹੈ, ਆਪਣੇ ਆਪ ਹੀ ਟੈਨਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਐਂਗਜ਼ਾਇਟੀ ਦਾ ਸ਼ਿਕਾਰ ਹੋ ਜਾਂਦਾ ਹੈ। ਜਿਵੇਂ 40% ਜਿਹੜੀ ਐਂਗਜ਼ਾਇਟੀਜ਼ ਹੈ ਉਹ ਇਮੈਜਿਨਰੀ ਹੁੰਦੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ 40% ਚਿੰਤਾਵਾਂ ਜਿਹੜੀਆਂ ਹੈਗੀਆਂ ਨੇ ਉਹ ਕਾਲਪਨਿਕ ਹੁੰਦੀਆਂ ਨੇ, ਐਗਜ਼ਿਸਟ ਹੀ ਨਹੀਂ ਕਰਦੀਆਂ। ਆਰ ਓਨਲੀ ਇਮੈਜਿਨਰੀ ਐਂਡ ਫੈਬਰਿਕੇਟਡ, ਇਹ ਸਿਰਫ ਕਾਲਪਨਿਕ ਹੈਗੀਆਂ ਨੇ, ਮਨਗੜੰਤ ਹੈਗੀਆਂ ਨੇ। they develop their temperament to remain in anxiety without any reason. मतलब 40% ਲੋਕ ਜੋ ਐਂਗਜ਼ਾਇਟੀ ਫੇਸ ਕਰਦੇ ਨੇ ਉਹ ਤਾਂ ਇਹਦੇ 'ਚ ਰਹਿੰਦੇ ਹੀ ਰਹਿੰਦੇ ਨੇ ਬਿਨਾਂ ਕਿਸੇ ਗੱਲ ਤੋਂ। ਮਤਲਬ ਉਹਨਾਂ ਨੂੰ ਇੱਦਾਂ ਲੱਗਦਾ ਵੀ ਹੈਗੀ ਹੈ, ਗੱਲ ਹੈਗੀ ਹੈ, ਪਰ ਅਸਲ ਦੇ ਵਿੱਚ ਚਿੰਤਾ ਕਰਨ ਵਾਲਾ ਕੋਈ ਵਿਸ਼ੇ ਹੈ ਹੀ ਨਹੀਂ, ਉਹ ਇਹਨੂੰ ਆਪਣਾ ਸੁਭਾਅ ਬਣਾ ਲੈਂਦੇ ਨੇ। 30% एंग्जाइटी इज रिलेटेड टू द पास्ट, मतलब कुछ अपने अतीत तो रिलेटेड एंग्जाइटी चिंतावां होंदियां ने। एंग्जाइटीज ओवर डिसीजन टेकन इन द पास्ट, अतीत विच लए गए फैसले नूं लैके चिंता होंदी है। इन प्रेजेंट नथिंग कैन बी डन अबाउट इट, हुण तां कुछ हो नहीं सकदा, वो तां पास्ट दी गल है, हुण तां नहीं कुछ हो सकदा, फिर क्यों टेंशन लेनी। 18% एंग्जाइटी बिकॉज ऑफ स्लैंडर, यानी निंदा करन करके, जे आपां किसी दी निंदा कर दिंदे आ ओहदे करके एंग्जाइटी हो जाती है। ईविल स्पीकिंग मोटिवेटेड फ्रॉम जेलसी, दैट इज अनट्रू, मतलब ईर्खा करके जे आपां कुछ झूठ बोल दिंदे आ जो सच हुंदा ही नहीं, ओहदे करके भी एंग्जाइटी हुंदी है, क्योंकि पता है बंदे ने झूठ ही बोलना है, फिर बंदा उसे मोड च रहिंदा है। 10% एंग्जाइटी इज रिलेटेड टू हेल्थ, कुछ सेहत करके भी चिंतावां हुंदियां ने, सिर्फ 10% हैगियां ने। फिजिकल ट्रबल रिलेटेड टू हेल्थ, when the same story is repeated, ਤੁਹਾਨੂੰ ਕਿਤੇ ਦਰਦ ਹੁੰਦਾ ਹੈ ਸਰੀਰ ਦੇ ਵਿੱਚ ਜਦ ਕੋਈ ਸਿਹਤ ਤੋਂ ਲੈ ਕੇ ਕੋਈ ਇਨਸੀਡੈਂਟ, ਕੋਈ ਸਟੋਰੀ ਦੁਹਰਾਈ ਜਾਂਦੀ ਹੈ। 8% एंग्जाइटीज सबस्टेंशियल ਹੁੰਦੀਆਂ, मतलब ਅਸਲ ਚ ਹੁੰਦੀਆਂ ਨੇ।
These anxieties demand attention। मतलब सिर्फ 8% असल च एंग्जाइटी ਹੁੰਦੀ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਧਿਆਨ ਦੀ ਲੋੜ ਹੁੰਦੀ ਹੈ। बट these should not be repeated। मतलब ਇਹ ਨਹੀਂ ਵੀ एंग्जाइटी हो रही है ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ, ਉਹਨੂੰ ਰਿਪੀਟ ਨਾ ਕਰੋ। ਹੈ ਕਿ ਨਹੀਂ? मतलब ਕੁਝ ਤਾਂ 40% ਤਾਂ ਲੋਕ ਆਪਣੇ ਕਾਲਪਨਿਕ ਧਿਆਨ ਨਾਲ ਹੀ ਬਣਾ ਲੈਂਦੇ ਨੇ ਵੀ ਮੈਨੂੰ ਐਂਗਜ਼ਾਇਟੀ ਹੈ, ਮੈਨੂੰ ਚਿੰਤਾਵਾਂ ਹੈਗੀਆਂ ਨੇ, ਅਸਲ ਚ ਹੁੰਦੀਆਂ ਨਹੀਂ। ਜਿਵੇਂ ਮਾਵਾਂ ਕਰਦੀਆਂ ਨੇ ਬੱਚਿਆਂ ਦੀ ਚਿੰਤਾਵਾਂ, ਬੱਚੇ ਤਾਂ ਹੁਣ ਤੁਸੀਂ ਤਾਂ ਕਿੰਨੇ ਸਮਝਦਾਰ ਹੈਗੇ ਹੋ। ਚਲੋ, ਅਕੋਰਡਿੰਗ ਟੂ ਦੀ ਅਬਵ ਐਨਾਲਿਸਿਸ, ਉੱਤੇ ਜਿਹੜਾ ਐਨਾਲਿਸਿਸ ਦਿੱਤਾ ਹੋਇਆ ਸੀ, these anxieties are baseless। ਇਹ ਚਿੰਤਾਵਾਂ ਜਿਹੜੀਆਂ ਹੈਗੀਆਂ ਨੇ ਬੇਬੁਨਿਆਦੀ ਹਨ and lead to wastage of time। ਇਹਨਾਂ ਬਾਰੇ ਸੋਚ ਕੇ ਆਪਾਂ ਆਪਣਾ ਸਮਾਂ ਬਰਬਾਦ ਕਰਦੇ ਹਾਂ, એનર્ਜੀ ਬਰਬਾਦ ਕਰਦੇ ਹਾਂ ਤੇ ਹੈਲਥ ਤੇ ਅਸਰ ਪਾਉਂਦੇ ਹਾਂ। ਸੋਚੀ ਜਾਂਦੇ ਹਾਂ। These must be removed from our nature with firm determination। ਇਹਨਾਂ ਨੂੰ anxieties ਨੂੰ ਸਾਨੂੰ ਆਪਣੇ ਸੁਭਾਅ ਤੋਂ ਦ੍ਰਿੜ ਇਰਾਦੇ ਨਾਲ ਦੂਰ ਕਰ ਦੇਣਾ ਚਾਹੀਦਾ ਹੈ, ਕੱਢ ਹੀ ਦੇਣਾ ਚਾਹੀਦਾ ਹੈ। If you have learned to get rid of anxiety from your life, ਜੇ ਤੁਸੀਂ ਇਹ ਸਿੱਖ ਲਿਆ ਕਿ ਹੁਨਰ ਹੈ ਚਿੰਤਾ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਰੱਖਣ ਦਾ, then you have learned to get rid of anger। ਜੇ ਤੁਹਾਨੂੰ ਚਿੰਤਾ ਨਹੀਂ ਹੈ ਫਿਰ ਤੁਹਾਨੂੰ ਗੁੱਸਾ ਵੀ ਨਹੀਂ ਆਏਗਾ। ਚਿੰਤਾ ਕਰਕੇ ਹੀ ਗੁੱਸਾ ਆਉਂਦਾ ਹੈ, ਐਂਗਜ਼ਾਇਟੀ ਕਰਕੇ ਹੀ ਗੁੱਸਾ ਆਉਂਦਾ ਹੈ। ਹੁਣ ਇੱਥੇ ਇੱਕ ਐਕਟੀਵਿਟੀ ਦਿੱਤੀ ਹੋਈ ਹੈ, ਰੋਲ ਪਲੇ ਦਿੱਤਾ ਹੋਇਆ ਹੈ। A needy and future oriented student has holidays in school। ਇੱਕ ਵਿਚਾਰਾ ਲੋੜਵੰਦ ਬੱਚਾ ਹੈਗਾ ਜਿਹਨੂੰ ਆਪਣੇ ਭਵਿੱਖ ਦੀ ਬਹੁਤ ਟੈਨਸ਼ਨ ਹੈਗੀ ਹੈ, ਉਹਦੇ ਸਕੂਲ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ। He is determined that he would definitely find a job to manage the expenses of his study and to have work experience। ਤੇ ਉਹਨੇ ਪੱਕਾ ਇਰਾਦਾ ਰੱਖਿਆ ਹੋਇਆ ਹੈ ਵੀ ਐਤਕੀ ਉਹ ਇੱਕ ਤਾਂ ਆਪਣੇ ਖਰਚੇ ਪੂਰੇ ਕਰੇਗਾ ਆਪਣੀ ਕਮਾਈ ਕਰਕੇ, ਤੇ ਦੂਜਾ ਕੰਮ ਕਰਕੇ ਉਹਨੂੰ ਤਜਰਬਾ ਵੀ ਮਿਲੇਗਾ। He arrives at a hotel in the same city to appear in an interview for a waiter। ਤੇ ਆਪਣੇ ਸ਼ਹਿਰ ਦੇ ਵਿੱਚ ਇੱਕ ਹੋਟਲ ਵਿੱਚ ਉਹ ਇੱਕ ਵੇਟਰ ਦੇ ਇੰਟਰਵਿਊ ਦੇ ਲਈ ਇੱਕ ਹੋਟਲ ਜਾਂਦਾ ਹੈ। He sees there are already about 20 young males and females sitting in the waiting room for the interview। ਤੇ ਉਹ ਦੇਖ ਰਿਹਾ ਜਿੱਥੇ ਉਹ ਇੰਟਰਵਿਊ ਦੇਣ ਗਿਆ ਉੱਥੇ ਇੱਕ ਲੰਬੀ ਕਤਾਰ ਲੱਗੀ ਹੋਈ ਹੈ, ਲਗਭਗ 20 ਬਿਲਕੁਲ ਜਵਾਨ ਮੁੰਡੇ ਤੇ ਕੁੜੀਆਂ ਉੱਥੇ ਵੇਟਿੰਗ ਰੂਮ 'ਚ ਬੈਠੇ ਨੇ, ਵੇਟ ਕਰ ਰਹੇ ਨੇ ਇੰਟਰਵਿਊ ਦੀ। The student looks at them। ਤੇ ਉਹ ਬੱਚਾ ਜਿਹੜਾ ਜਵਾਕ ਹੈਗਾ ਉਹਨਾਂ ਵੱਲ ਦੇਖਦਾ ਹੈ, thinks something, ਕੁਝ ਸੋਚਦਾ ਹੈ, and goes to the receptionist with a smiling face devoid of any stress। ਤੇ ਉਸ ਤੋਂ ਬਾਅਦ ਉਹ ਰਿਸੈਪਸ਼ਨਿਸਟ ਕੋਲ ਜਾਂਦਾ ਹੈ, ਬਿਨਾਂ ਟੈਨਸ਼ਨ ਲਏ ਮੂੰਹ ਤੇ ਇੱਕ ਸਮਾਈਲ ਰੱਖੇ ਹੋਏ ਜਾਂਦਾ ਹੈ ਉਹਦੇ ਕੋਲ। ਤੇ ਦੇਖਦੇ ਹਾਂ ਕੀ ਗੱਲਬਾਤ ਹੁੰਦੀ ਹੈ। ਸਟੂਡੈਂਟ to the receptionist। ਰਿਸੈਪਸ਼ਨਿਸਟ ਨੂੰ ਬੱਚਾ ਕਹਿੰਦਾ ਹੈ, please give me a paper slip। ਵੀ ਮੈਨੂੰ ਇੱਕ ਛੋਟਾ ਜਿਹਾ ਕਾਗਜ਼ ਦਾ ਪਰਚੀ ਜਾਂ ਟੁਕੜਾ ਦੇ ਦਿਓ। The receptionist gives a paper slip to the student। ਤੇ ਜਿਹੜਾ ਰਿਸੈਪਸ਼ਨਿਸਟ ਹੁੰਦੀ ਹੈ ਉਹ ਬੱਚੇ ਨੂੰ ਪਰਚੀ ਦੇ ਦਿੰਦੀ ਹੈ ਪੇਪਰ ਦੀ। The student writes down something on that paper। ਤੇ ਬੱਚਾ ਉਸ ਕਾਗਜ਼ ਦੇ ਟੁਕੜੇ ਤੇ ਕੁਝ ਲਿਖਦਾ ਹੈ। Student hand over this message to the manager who is conducting the interview please। ਤੇ ਵਿਦਿਆਰਥੀ ਕਹਿੰਦਾ ਵੀ ਕਿਰਪਾ ਕਰਕੇ ਸੁਨੇਹਾ ਜਿਹੜਾ ਮੈਂ ਕਾਗਜ਼ ਤੇ ਲਿਖਿਆ ਇਹ ਉਸ ਮੈਨੇਜਰ ਨੂੰ ਦੇ ਦਿਓ ਜੋ ਕਿ ਇੰਟਰਵਿਊ ਲੈ ਰਿਹਾ। Receptionist goes inside and gives the paper slip to the manager। ਤੇ ਜਿਹੜੀ ਰਿਸੈਪਸ਼ਨਿਸਟ ਹੈ ਉਹ ਅੰਦਰ ਜਾਂਦੀ ਹੈ ਪਰਚੀ ਲੈ ਕੇ ਤੇ ਮੈਨੇਜਰ ਨੂੰ ਉਹ ਪਰਚੀ ਦੇ ਦਿੰਦੀ ਹੈ। ਮੈਨੇਜਰ reads the slip and he is stunned a little bit। ਤੇ ਮੈਨੇਜਰ ਉਹ ਪਰਚੀ ਨੂੰ ਜਦ ਪੜ੍ਹਦਾ ਹੈ ਉਹ ਥੋੜਾ ਜਿਹਾ ਹੈਰਾਨ ਹੋ ਜਾਂਦਾ ਹੈ। send the boy inside right now। ਉਹ ਕਹਿੰਦਾ ਮੁੰਡੇ ਨੂੰ ਹੁਣੇ ਅੰਦਰ ਭੇਜੋ। ਰਿਸੈਪਸ਼ਨਿਸਟ goes out। ਤੇ ਜਿਹੜੀ ਰਿਸੈਪਸ਼ਨਿਸਟ ਹੈ ਉਹ ਬਾਹਰ ਜਾਂਦੀ ਹੈ ਮੁੰਡੇ ਨੂੰ ਅੰਦਰ ਬੁਲਾਉਣ ਲਈ। ਮੈਨੇਜਰ says to himself। ਉਹ ਆਪਣੇ ਆਪ ਨੂੰ ਕਹਿੰਦਾ ਹੈ, I think he is the most suitable candidate for this job। ਉਹ ਆਪਣੇ ਆਪ ਨੂੰ ਕਹਿੰਦਾ ਮੈਨੂੰ ਲੱਗਦਾ ਹੈ ਪਰਚੀ ਪੜ੍ਹ ਕੇ ਕਿ ਇਹ ਜਿਹੜਾ ਮੁੰਡਾ ਹੈਗਾ ਇਹ ਨੌਕਰੀ ਲਈ ਸਭ ਤੋਂ ਵਧੀਆ ਕੈਂਡੀਡੇਟ ਹੈਗਾ। The interview process continues। the interview ਅੱਗੇ ਚੱਲਦੀ ਰਹਿੰਦੀ ਹੈ। ਹੁਣ the teacher will ask the student what could have been written by that student so that after reading it the manager immediately made up his mind to appoint that student for the job। ਹੁਣ ਅਧਿਆਪਕ ਤੁਹਾਡੇ ਤੋਂ ਪੁੱਛਣਗੇ ਕਿ ਬੱਚੇ ਨੇ ਕੀ ਲਿਖਿਆ ਹੋਏਗਾ ਉਸ ਕਾਗਜ਼ ਦੇ ਟੁਕੜੇ ਤੇ ਜਿਹਨੂੰ ਪੜ੍ਹ ਕੇ ਮੈਨੇਜਰ ਦੇ ਦਿਮਾਗ 'ਚ ਆਇਆ ਹੋਏਗਾ ਵੀ ਉਹ ਮੁੰਡੇ ਨੂੰ ਬੁਲਾਉਂਦਾ ਹੈ, ਇੰਟਰਵਿਊ ਲੈਂਦਾ ਹੈ, ਉਹਨੂੰ ਜੌਬ ਲਈ ਰੱਖ ਲੈਂਦਾ ਹੈ।
All the students will answer, सारे बच्चे अपना जवाब देंगे. Whatever the answer may be, जो भी जवाब होएगा, the teacher will appreciate their answer. ਬੱਚਿਆਂ ਦਾ ਜਿਹੜਾ ਵੀ ਜਵਾਬ ਹੋਏਗਾ ਟੀਚਰ ਤਾਂ ਉਹਨੂੰ ਪ੍ਰੋਤਸਾਹਿਤ ਕਰਨਗੇ ਵੀ ਵਧੀਆ ਦਿੱਤਾ ਹੈ. And at the same time, she will try to find out how the role play has stirred the imagination of the students and in which direction. ਤੇ ਨਾਲ ਦੀ ਨਾਲ ਜਿਹੜੇ ਟੀਚਰ ਨੇ ਉਹ ਇਹ ਵੀ ਅਨੁਮਾਨ ਲਾਣਗੇ ਵੀ ਇਹ ਜਿਹੜਾ ਰੋਲ ਪਲੇ ਹੈਗਾ ਇਹਨੇ ਬੱਚਿਆਂ ਨੂੰ ਕਿਸ ਵੱਲ ਨੂੰ ਧੱਕਾ ਦਿੱਤਾ ਹੈ ਤੇ ਉਹ ਬੱਚੇ ਕੀ ਸੋਚ ਰਹੇ ਨੇ, ਕੀ ਸਿੱਖੇ ਨੇ ਉਸ ਰੋਲ ਪਲੇ ਤੋਂ. The student had written, ਹੁਣ ਬੱਚੇ ਨੇ ਲਿਖਿਆ ਕੀ ਸੀ ਆਪਾਂ ਉਹ ਪੜ੍ਹ ਰਹੇ ਹਾਂ. Until my turn is not over, please do not take any decision. ਬੱਚੇ ਨੇ ਲਿਖਿਆ ਸੀ ਵੀ ਜਦ ਤੱਕ ਮੇਰੀ ਵਾਰੀ ਨਹੀਂ ਆਉਂਦੀ ਕਿਰਪਾ ਕਰਕੇ ਕੋਈ ਫੈਸਲਾ ਨਾ ਲਿਓ. ਉਹਨੂੰ ਆਪਣੇ ਤੇ ਇੰਨਾ ਭਰੋਸਾ ਸੀ ਕਿ ਕਿੰਨੀ ਵਧੀਆ ਗੱਲ ਹੈ. ਉਹ ਕਹਿੰਦਾ ਫੈਸਲਾ ਨਾ ਲੈ ਲਿਓ, ਪਹਿਲਾਂ ਹੀ ਕੋਈ ਫਾਈਨਲ ਨਾ ਕਰ ਲਿਓ. The manager had thought, ਤੇ ਮੈਨੇਜਰ ਨੇ ਇਹ ਸੋਚਿਆ, this boy is full of amazing enthusiasm and self confidence. ਇਸ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਵੀ ਹੈਗਾ ਤੇ ਬਹੁਤ ਉਤਸ਼ਾਹ ਵੀ ਹੈਗਾ. He wishes to convey the message that no decision should be taken before interviewing him. ਤੇ ਉਹਨੇ ਇਹ ਸਲਾਹ ਦਿੱਤੀ, ਸੰਦੇਸ਼ ਦਿੱਤਾ ਤੇ ਉਹ ਦੇਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਨਤੀਜੇ ਤੱਕ ਨਾ ਪਹੁੰਚੋ ਜਦ ਤੱਕ ਮੇਰਾ ਨੰਬਰ ਨਹੀਂ ਆ ਜਾਂਦਾ. He saluted his thought, ਤੇ ਮੈਨੇਜਰ ਨੇ ਉਸਦੀ ਸੋਚ ਨੂੰ ਸਲਾਮ ਕੀਤਾ and was convinced that he was the only suitable candidate for the post. ਤੇ ਉਹਨੂੰ ਪੱਕਾ ਹੋ ਗਿਆ ਸੀ ਕਿ ਉਸ ਅਹੁਦੇ ਲਈ ਉਹ ਬਿਲਕੁਲ ਸਹੀ ਕੈਂਡੀਡੇਟ ਹੈ ਕਿ ਨਹੀਂ. ਵੀ ਇੰਨੀ ਜੀ ਗੱਲ ਉਹਨੇ ਲਿਖੀ ਤੇ ਉਹਦਾ ਫੈਸਲਾ ਹੋ ਗਿਆ ਵੀ ਇਹ ਸਹੀ ਕੈਂਡੀਡੇਟ ਹੈ. ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ. With the cooperation of their teachers, the students will interact with their classmates in the classroom. ਆਪਣੇ ਅਧਿਆਪਕ ਦੇ ਸਹਿਯੋਗ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਆਪਸ ਦੇ ਵਿੱਚ ਕਲਾਸਰੂਮ ਦੇ ਵਿੱਚ ਗੱਲਬਾਤ ਕਰਨਗੇ and try to draw out conclusions from the above role play on the basis of the three aspects given below. ਇਹ ਥੱਲੇ 3 ਚੀਜ਼ਾਂ ਦੱਸੀਆਂ ਗਈਆਂ ਨੇ, ਇਹਦਾ ਤੇ ਆਧਾਰਿਤ ਤੁਸੀਂ ਆਪਣੇ ਜਵਾਬ ਦੇਣੇ ਨੇ ਵੀ ਤੁਹਾਨੂੰ ਕੀ ਲੱਗਦਾ ਹੈ ਸੋਚ ਕੇ. ਜਿਵੇਂ ਪਹਿਲਾ ਇੰਸਪੀਰੇਸ਼ਨ, ਪ੍ਰੇਰਨਾ, ਹਾਈ ਮੋਰਲ ਜਿਹਨੂੰ ਆਪਾਂ ਕਹਿ ਸਕਦੇ ਆ ਮਨੋਬਲ ਬਹੁਤ ਵਧੀਆ ਸੀ, ਐਂਡ ਐਂਥੂਸੀਆਜ਼ਮ ਉਤਸ਼ਾਹ, ਆਰ ਇਨਰ ਸਟੇਟਸ ਆਫ ਮਾਈਂਡ ਯਾਨੀ ਉਹ ਤੁਹਾਡੇ ਮਨ ਦੇ ਅੰਦਰੂਨੀ ਤੁਹਾਡੀ ਕਲਪਨਾ ਹੈਗੀ ਹੈ, ਤੁਹਾਡੇ ਮਨ ਦੇ ਅੰਦਰੂਨੀ ਅਹਿਸਾਸ ਹੈਗੇ ਨੇ that do not have such relationship with external circumstances. ਉਹ ਅੰਦਰ ਹੈਗੇ ਨੇ, ਉਹਨਾਂ ਦਾ ਬਾਹਰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਤੁਹਾਡੇ ਅੰਦਰ ਵਸ ਰਹੇ ਨੇ, ਨਾ ਤਾਂ ਬਾਹਰ ਚੀਜ਼ਾਂ ਨਾਲ, ਹਾਲਾਤਾਂ ਨਾਲ, ਨਾ ਇਨਸਾਨਾਂ ਨਾਲ, and external things that they can make our motivation power negative or create stress. ਨਾ ਤਾਂ ਇਹ ਚੀਜ਼ਾਂ ਬਾਹਰ ਤੋਂ ਇਨਫਲੂਐਂਸ ਹੁੰਦੀਆਂ ਨੇ ਤੇ ਨਾ ਹੀ ਇਹ ਸਾਨੂੰ ਆਪਾਂ ਕਹਿ ਸਕਦੇ ਹਾਂ ਸਟ੍ਰੈਸ ਦੇ ਸਕਦੀਆਂ ਨੇ ਜਾਂ ਸਾਨੂੰ ਨੈਗੇਟਿਵ ਸੋਚਣ ਤੇ ਮਜਬੂਰ ਕਰ ਸਕਦੀਆਂ ਨੇ. ਮਤਲਬ ਇਹ ਤਾਂ ਤੁਹਾਡੇ ਦਿਮਾਗ ਦੀ ਕਲਪਨਾ ਹੈ ਨਾ, ਸਟੇਟ ਆਫ ਮਾਈਂਡ ਹੈ ਵੀ ਮੈਂ ਬਹੁਤ ਉਤਸ਼ਾਹਿਤ ਹੁੰਦਾ, ਮੈਂ ਮਨੋਬਲ ਉੱਚਾ ਰੱਖਦਾ, ਮੈਂ ਪ੍ਰੇਰਨਾ ਬਹੁਤ ਹੈਗੀ ਹੈ ਮੇਰੇ 'ਚ, ਤੇ ਇਹਦੇ ਕਰਕੇ ਤਾਂ ਫਿਰ ਕੋਈ ਤੁਹਾਨੂੰ ਹਿਲਾ ਹੀ ਨਹੀਂ ਸਕਦਾ, ਹਰਾ ਹੀ ਨਹੀਂ ਸਕਦਾ. ਦੂਜਾ, the student didn't lose his heart by looking at the candidates who were already sitting there for the interview. ਉਹ ਵਿਦਿਆਰਥੀ ਬਾਕੀ ਇੰਟਰਵਿਊ ਦੇ ਬੱਚਿਆਂ ਨੂੰ ਦੇਖ ਕੇ ਘਬਰਾਇਆ ਥੋੜੀ, ਉਹਨੇ ਆਪਣਾ ਦਿਲ ਥੋੜੀ ਛੋਟਾ ਕੀਤਾ, ਐਂਜ਼ਾਈਟੀ ਜਾਂ ਸਟ੍ਰੈਸ ਥੋੜੀ ਲਿਆ. He did not think that he was not better than those candidates. ਜਿਵੇਂ ਆਪਾਂ ਦੂਜਿਆਂ ਨੂੰ ਦੇਖ ਕੇ ਕਹਿੰਦੇ ਆ ਨਾ ਵੀ ਇਹ ਮੇਰੇ ਤੋਂ ਪੱਕਾ ਵਧੀਆ ਹੋਏਗਾ, ਉਹਨੇ ਜਿਹਾ ਨਹੀਂ ਸੋਚਿਆ ਵੀ ਇਹ ਮੇਰੇ ਤੋਂ ਵਧੀਆ ਹੋਣਗੇ. Rather, he showed his high spirit by conveying his message of positive thinking to the interviewer. ਜਿਹੜਾ ਇੰਟਰਵਿਊ ਲੈ ਰਿਹਾ ਸੀ ਉਹਨੇ ਆਪਣਾ ਉਤਸ਼ਾਹ ਉਹਨੂੰ ਦੱਸਿਆ, ਦਿਖਾਇਆ ਕਿਵੇਂ ਪਰਚੀ ਤੇ ਇੱਕ ਪੋਜ਼ਿਟਿਵ ਚੀਜ਼ ਲਿਖ ਕੇ, ਇੱਕ ਵਧੀਆ ਚੀਜ਼ ਲਿਖ ਕੇ. ਇਹ ਨਹੀਂ ਕਿਹਾ ਵੀ ਬਾਕੀਆਂ ਨੂੰ ਹਟਾ ਦਿਓ, ਮੈਨੂੰ ਰੱਖ ਲਓ, ਉਹਨੇ ਕਿਹਾ ਮੇਰੇ ਲਈ ਵੇਟ ਕਰੋ, ਇੰਨਾ ਕੌਨਫੀਡੈਂਸ ਸੀ. ਤੀਜਾ, with the help of this story we can come to the conclusion that although circumstances are adverse, ਇਸ ਕਹਾਣੀ ਤੋਂ ਆਪਾਂ ਇਹ ਸਿੱਖ ਸਕਦੇ ਹਾਂ ਵੀ ਹੋ ਸਕਦਾ ਹੈ ਆਲੇ ਦੁਆਲੇ ਜਿਹੜੇ ਸਰਕਮਸਟੈਂਸਸ ਨੇ ਉਹ ਤੁਹਾਡੇ ਅਗੇਂਸਟ ਹੋਣ, ਉਹ ਐਡਵਰਸ ਹੋਣ,
ਐਂਡ ਦ ਪਾਥ ਇਜ਼ ਫੁੱਲ ਆਫ ਹਾਰਡਸ਼ਿਪ, ਤੇ ਜਿਹੜੀ ਮੁਸ਼ਕਲਾਂ ਹੈਗੀਆਂ ਉਹ ਤੁਹਾਨੂੰ ਰਸਤੇ 'ਚ ਮਿਲਦੀਆਂ ਜਾ ਰਹੀਆਂ ਨੇ, ਜਾਂ ਤੁਹਾਡਾ ਜਿਹੜਾ ਰਸਤਾ ਹੈ ਮੁਸ਼ਕਲਾਂ ਨਾਲ ਭਰਿਆ ਹੋਇਆ। ਇਫ ਆਰ ਸਟੇਟ ਆਫ ਮਾਈਂਡ ਇਜ਼ ਫਰਮ, ਪਰ ਜੇਕਰ ਸਾਡਾ ਮਨ ਦੀ ਜਿਹੜੀ ਸਥਿਤੀ ਹੈ ਉਹ ਦ੍ਰਿੜ ਹੈਗੀ ਹੈ, ਫੁੱਲ ਆਫ ਐਂਥੂਜ਼ੀਆਜ਼ਮ, ਉਹਦੇ ਵਿੱਚ ਉਤਸ਼ਾਹ ਭਰਿਆ ਹੋਇਆ ਹੈ, ਐਂਡ ਵੀ ਆਰ ਸੈਲਫ ਕੌਨਫੀਡੈਂਟ, ਤੇ ਅਸੀਂ ਆਤਮ ਵਿਸ਼ਵਾਸ ਰੱਖਦੇ ਹਾਂ ਆਪਣੇ ਉੱਤੇ, then we would be free from anxiety। ਆਪਣੇ ਉੱਤੇ ਜੇ ਵਿਸ਼ਵਾਸ ਹੈਗਾ ਫਿਰ ਤਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਕਮਰੇ 'ਚ ਤਾਂ ਉਹ ਬੰਦੇ ਡੱਕੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਉੱਤੇ ਵਿਸ਼ਵਾਸ ਨਹੀਂ ਹੁੰਦਾ। ਤੁਸੀਂ ਆਪਣੇ ਉੱਤੇ ਭਰੋਸਾ ਰੱਖੋ, ਤੇ ਜੇ ਤੁਹਾਨੂੰ ਲੱਗਦਾ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਭਰੋਸਾ ਰੱਖ ਕੇ ਬੋਲੋ, ਗਲਤੀਆਂ ਕਰ ਕਰਕੇ ਤਾਂ ਬੰਦਾ ਸਿੱਖਦਾ। ਅੱਗੇ ਚੱਲਦੇ ਹਾਂ, ਐਕਟੀਵਿਟੀ ਦਿੱਤੀ ਹੋਈ ਹੈ, ਐਕਟੀਵਿਟੀ 3। For this activity, the teacher will arrange some materials and involve those students who usually don't show much interest in doing any activity। ਇਹਦੇ ਵਿੱਚ ਉਹ ਕਰਨਾ ਟੀਚਰ ਨੇ ਜੋ ਉਹ ਕਦੇ ਨਹੀਂ ਕਰਦੇ। ਜਿਵੇਂ ਕੁਝ ਬੱਚੇ ਹੁੰਦੇ ਨੇ ਕਲਾਸ 'ਚ ਹਿੱਸਾ ਲੈ ਲੈਂਦੇ ਨੇ, ਕੁਝ ਹਿੱਸਾ ਨਹੀਂ ਲੈਂਦੇ। ਇਸ ਗਤੀਵਿਧੀ ਦੇ ਵਿੱਚ ਅਧਿਆਪਕ ਨੇ ਉਹਨਾਂ ਬੱਚਿਆਂ ਤੋਂ ਹਿੱਸਾ ਪਵਾਉਣਾ ਹੈ ਜਿਹੜੇ ਕਦੇ ਵੀ ਉਤਸ਼ਾਹਿਤ ਨਹੀਂ ਹੁੰਦੇ ਵੀ ਅਸੀਂ ਵੀ ਇੱਕ ਐਕਟੀਵਿਟੀ ਕਰਨੀ ਹੈ, ਹਿੱਸਾ ਲੈਣਾ ਹੈ ਕਲਾਸ ਦੇ ਵਿੱਚ। For this activity, the required materials are a big unripe potato and a straw। ਇਸ ਗਤੀਵਿਧੀ ਦੇ ਵਿੱਚ ਸਾਨੂੰ ਕੀ ਕੁਝ ਚਾਹੀਦਾ ਹੋਏਗਾ? ਇੱਕ ਤਾਂ ਵੱਡਾ ਜਿਹਾ ਆਲੂ ਚਾਹੀਦਾ ਹੋਏਗਾ ਜਿਹੜਾ ਕੱਚਾ ਹੋਏ, ਤੇ ਇੱਕ straw। ਨੰਬਰ 1 ਕਰਨਾ ਕੀ ਹੈ? ਹੋਲਡਿੰਗ ਦ ਪੋਟੇਟੋ ਇਨ ਵਨ ਹੈਂਡ, ਆਪਾਂ ਇੱਕ ਹੱਥ ਦੇ ਵਿੱਚ ਮੰਨ ਲਓ ਅਸੀਂ ਪੋਟੇਟੋ ਫੜ ਲਿਆ, ਐਂਡ ਦ straw in the other hand, ਤੇ ਦੂਜੇ ਹੱਥ ਦੇ ਵਿੱਚ ਤੁਸੀਂ straw ਫੜ ਲਈ। The teacher will call that student who usually remains silent or inactive in the class। ਐਵੇਂ ਫੜ ਕੇ ਚੀਜ਼ਾਂ ਨੂੰ ਅਧਿਆਪਕ ਉਸ ਬੱਚੇ ਨੂੰ ਬੁਲਾਉਣਗੇ ਜੋ ਜ਼ਿਆਦਾਤਰ ਹਿੱਸਾ ਲੈਂਦਾ ਹੀ ਨਹੀਂ ਕਲਾਸ 'ਚ, ਚੁੱਪ ਰਹਿੰਦਾ। Student should be called very respectfully by his name, ਤੇ ਬੜੀ ਇੱਜ਼ਤ ਸਤਿਕਾਰ ਦੇ ਨਾਲ ਉਹਨੂੰ ਬੁਲਾਉਣਾ ਚਾਹੀਦਾ। ਐਵੇਂ ਨਹੀਂ ਮਹਿਸੂਸ ਕਰਨਾ ਚਾਹੀਦਾ ਵੀ ਉਹਨੂੰ ਟਾਰਗੇਟ ਬਣਾਇਆ ਜਾ ਰਿਹਾ। ਦੂਜਾ, the teacher will ask that student, can you insert this straw across this potato in one attempt। ਤੇ ਟੀਚਰ ਬੱਚੇ ਨੂੰ ਕਹਿਣਗੇ ਵੀ ਬੇਟਾ ਇੱਕ ਵਾਰੀ 'ਚ ਕੀ ਤੁਸੀਂ ਇਸ straw ਨੂੰ ਇਹਦੇ ਅੰਦਰ ਪਾ ਸਕਦੇ ਹੋ, ਆਲੂ ਦੇ ਅੰਦਰ। ਥਰਡ, the other students of the class will also tell whether this student can perform the task or not। ਤੇ ਬਾਕੀ ਬੱਚੇ ਵੀ ਦੇਖ ਕੇ ਦੱਸਣਗੇ ਵੀ ਇਹ ਕੰਮ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, because the straw is not hard enough। ਜਿਹੜੀ straw ਹੈ ਉਹ ਹਲਕੀ ਫੁਲਕੀ ਜੀ ਹੈ, ਜ਼ਿਆਦਾ ਸਖਤ ਨਹੀਂ ਹੈ, ਜਿਵੇਂ ਮੁੜ ਜਾਂਦੀ ਹੈ ਨਾ ਉਹੋ ਜੀ straw ਹੈਗੀ ਹੈ। and it will be difficult to insert it across an unripe potato। ਤੇ ਮੁਸ਼ਕਲ ਤਾਂ ਹੋਏਗਾ ਕਿਉਂਕਿ ਕੱਚਾ ਆਲੂ ਹੈਗਾ, ਤੇ ਉਹਦੇ ਵਿੱਚ ਆਪਾਂ straw ਫਸਾਣੀ ਹੈ ਜਿਹੜੀ ਆਪ ਬੜੀ ਢਿੱਲੀ ਜੀ ਹੈਗੀ ਹੈ। The opinion of the students will also be considered in this activity। ਇਹਦੇ ਵਿੱਚ ਬੱਚੇ ਕੀ ਸੋਚਦੇ ਨੇ ਉਹ ਵੀ ਕੰਸੀਡਰ ਕੀਤਾ ਜਾਏਗਾ, ਯਾਨੀ ਕਿ ਉਹਨੂੰ ਵੀ ਇੰਪੋਰਟੈਂਸ ਦਿੱਤੀ ਜਾਏਗੀ। ਬੱਚਿਆਂ ਦੀ ਸੋਚ ਕੀ ਹੈਗੀ ਹੈ ਗਤੀਵਿਧੀ ਨੂੰ ਲੈ ਕੇ, ਵਿਚਾਰ ਕੀ ਹੈਗੇ ਨੇ। ਫਿਰ ਟੀਚਰ, ਲੈਟ ਅਸ ਸੀ, ਟੀਚਰ ਕਹਿੰਦੇ ਨੇ ਚਲੋ ਦੇਖਦੇ ਹਾਂ। ਟੀਚਰ ਹੈਂਡਸ ਓਵਰ ਦ ਪੋਟੇਟੋ ਐਂਡ ਦ straw ਟੂ ਦ ਸਟੂਡੈਂਟ, ਤੇ ਅਧਿਆਪਕ ਆਲੂ ਤੇ straw ਬੱਚੇ ਨੂੰ ਦੇ ਦਿੰਦੇ ਨੇ। ਟੀਚਰ, ਨਾਓ ਆਈ ਵਿਲ ਸੇ 1 2 3, ਹੁਣ ਮੈਂ ਗਿਣਤੀ ਕਰਾਂਗੀ 1 2 3, then I will say follow the instructions। ਤੇ ਫਿਰ ਮੈਂ ਕਹਾਂਗੀ ਵੀ ਇਹ ਜਿਹੜੀ instructions ਮੈਂ ਦੇ ਰਹੀ ਹਾਂ ਇਹਨਾਂ ਨੂੰ follow ਕਰੋ। In this activity, the student will push the straw into the potato with one jerk। ਇੱਕੋ ਧੱਕੇ ਨਾਲ ਜਿਹੜਾ ਬੱਚਾ ਹੈਗਾ ਉਹਨੇ straw ਨੂੰ potato ਦੇ ਵਿੱਚ, ਆਲੂ ਦੇ ਵਿੱਚ ਪਾਣਾ, ਕੱਚੇ ਆਲੂ ਦੇ ਵਿੱਚ। If the student does not succeed in inserting in the first attempt, then this activity can be repeated। ਵੀ ਮੰਨ ਲਓ ਇੱਕ ਵਾਰੀ 'ਚ ਜੇ ਬੱਚੇ ਤੋਂ ਉਹ straw ਨਹੀਂ ਜਾਂਦਾ ਪੋਟੈਟੋ ਦੇ ਵਿੱਚ ਜਾਂ ਆਲੂ ਦੇ ਵਿੱਚ, ਤਾਂ ਫਿਰ ਇਹ ਗਤੀਵਿਧੀ ਨੂੰ ਆਪਾਂ ਰਿਪੀਟ ਕਰਾਂਗੇ। ਇੱਕੋ ਵਾਰ ਤੁਸੀਂ ਝਟਕੇ ਨਾਲ ਉਹਨੂੰ ਪਾਣਾ ਹੀ ਪਾਣਾ। ਹੁੰਦਾ ਕੀ ਹੈ? The student tries, ਉਹ ਬੱਚਾ ਟਰਾਈ ਕਰਦਾ ਹੈ, ਕੋਸ਼ਿਸ਼ ਕਰਦਾ ਹੈ। A time comes when the student is able to insert the straw across the potato। ਤੇ ਇਦਾਂ ਹੋ ਜਾਂਦਾ ਹੈ, ਸਮਾਂ ਆਉਂਦਾ, ਉਹ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਉਹਦੇ ਤੋਂ straw ਜਿਹੜੀ ਹੈ ਉਹ ਆਲੂ ਵਿੱਚ ਦੀ ਲੰਘ ਜਾਂਦੀ ਹੈ। The teacher applauds, followed by all the students who shared the joy of this success। ਸਾਰੇ ਬੱਚੇ ਜੋ ਸਕਸੈਸ ਹੋਇਆ ਸੀ, ਇਹ ਵੀ ਆਲੂ ਵਿੱਚੋਂ straw ਨਿਕਲ ਗਈ ਸੀ,
ਸਾਰੇ ਵਿਦਿਆਰਥੀ ਤਾਲੀਆਂ ਮਾਰਨੀ ਸ਼ੁਰੂ ਕਰ ਦਿੰਦੇ, ਟੀਚਰ ਵੀ ਉਤਸ਼ਾਹਿਤ ਹੋ ਜਾਂਦੇ ਨੇ ਵੀ ਚਲੋ ਹੋ ਗਿਆ। ਫਿਰ the students will not leave their seats, ਬੱਚੇ ਆਪਣੀ ਸੀਟਸ ਤੋਂ ਨਹੀਂ ਉੱਠਣਗੇ। the class will be divided into two groups, class ਦੇ ਦੋ ਹਿੱਸੇ ਵੰਡੇ ਜਾਣਗੇ। a debate will be conducted based on the 4 points mentioned below, ਥੱਲੇ 4 ਗੱਲਾਂ ਦੱਸੀਆਂ ਗਈਆਂ ਨੇ, ਇਹਨਾਂ ਉੱਤੇ ਬੱਚਿਆਂ ਨੇ ਵਿਚਾਰ ਕਰਨਾ, ਆਪਸ ਦੇ ਵਿੱਚ ਡਿਸਕਸ਼ਨ ਕਰਨੀ ਹੈ। ਜਿਵੇਂ ਪਹਿਲਾ ਸਪੋਰਟਸ ਐਕਟੀਵਿਟੀ, ਆਪਾਂ ਕੋਈ ਸਪੋਰਟਸ ਦੀ ਖੇਡ ਦੀ ਗਤੀਵਿਧੀ ਕਰਦੇ ਆ, ਉਹਦੇ ਵਿੱਚ ਕੀ ਹੁੰਦਾ, ਫਨ ਹੁੰਦਾ। this is a sports activity, ਵੀ ਇੱਕ ਖੇਡ ਦੀ ਗਤੀਵਿਧੀ ਹੈ। it is true that although there is stress or anxiety in the beginning, ਇਹ ਗੱਲ ਤਾਂ ਪੂਰੀ ਸੱਚ ਹੈਗੀ ਹੈ ਵੀ ਹਾਲਾਂਕਿ ਸ਼ੁਰੂਆਤ ਦੇ ਵਿੱਚ ਚਿੰਤਾ ਹੈਗੀ ਹੈ, ਬੱਚੇ ਨੂੰ ਤਣਾਅ ਹੁੰਦਾ ਹੈ, yet the work can be completed with a strong strength of mind, patience and courage, ਪਰ ਇਹ ਜਿਹੜਾ ਕੰਮ ਹੈਗਾ ਇਹ ਪੂਰਾ ਹੋ ਸਕਦਾ ਹੈ ਜੇ ਤੁਹਾਡਾ ਦਿਮਾਗ ਤੇਜ਼ ਹੈਗਾ, ਮਤਲਬ ਸਟਰੋਂਗ ਹੈਗਾ, ਤੁਹਾਡੇ ਕੋਲ ਪੇਸ਼ੈਂਸ ਹੈਗੀ ਹੈ, ਮਤਲਬ ਧੀਰਜ ਹੈਗਾ ਤੇ ਹਿੰਮਤ ਹੈਗੀ ਹੈ, ਕਰ ਸਕਦੇ ਹੋ ਨਾ। ਪਹਿਲਾਂ ਤਾਂ ਡਰ ਲੱਗਦਾ ਹੀ ਲੱਗਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਪਰ ਜੇ ਹਿੰਮਤ ਹੈਗੀ ਆ ਤਾਂ ਆਪਾਂ ਸਿਰੇ ਚੜਾ ਸਕਦੇ ਹਾਂ। ਦੂਜਾ ਪ੍ਰੋਸੈਸ, ਯਾਨੀ ਕਿ ਪ੍ਰਤੀਕਿਰਿਆ ਕੀ ਹੈ, ਤਰੀਕਾ ਕੀ ਹੈ। few students tried to pass the hard straw across the potato with one jerk, ਕਾਫੀ ਬੱਚਿਆਂ ਨੇ ਇੱਕ ਝਟਕੇ ਨਾਲ ਉਹਨੂੰ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਸਟ੍ਰੋ ਨੂੰ। they were unsuccessful, which means without proper understanding, ਉਹ ਇਸ ਕੰਮ ਦੇ ਵਿੱਚ ਸਫਲ ਨਹੀਂ ਹੋ ਪਾਏ, ਝਟਕੇ ਵਿੱਚ ਅੰਦਰ ਨਹੀਂ ਪਾ ਪਾਏ। ਕਿਉਂ? ਕਿਉਂਕਿ ਉਹਨਾਂ ਕੋਲ ਪ੍ਰੋਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਨੇ ਸਮਝਦਾਰੀ ਨਹੀਂ ਦਿਖਾਈ, ਉਹਨਾਂ ਨੇ ਪਹਿਲੇ ਗੱਲ ਨੂੰ ਸਮਝਿਆ ਨਹੀਂ। without proper understanding, learning and obedience of the advice given by parents and teachers, the appropriate results cannot be achieved, ਵੀ ਜੇ ਤੁਸੀਂ ਸੋਚ ਸਮਝ ਕੇ ਜਾਂ ਵੱਡਿਆਂ ਨੂੰ ਉਹਨਾਂ ਦੀ ਗੱਲ ਨਹੀਂ ਮੰਨ ਕੇ ਕੰਮ ਕਰੋਗੇ ਤਾਂ ਜੋ ਰਿਜ਼ਲਟ ਅਸੀਂ ਚਾਹੁੰਦੇ ਹਾਂ ਉਹ ਤਾਂ ਅਸੀਂ ਹਾਸਲ ਨਹੀਂ ਨਾ ਕਰ ਪਾਵਾਂਗੇ, ਅਸੀਂ ਤਾਂ ਆਪਣਾ ਦਿਮਾਗ ਲਾਇਆ ਸੀ। ਤੀਜਾ ਮੋਟੀਵੇਸ਼ਨ, ਪ੍ਰੇਰਨਾ, when the teacher involves a student who is usually silent, ਜਦੋਂ ਅਧਿਆਪਕ ਕਿਸੇ ਅਜਿਹੇ ਵਿਦਿਆਰਥੀ ਨੂੰ ਸ਼ਾਮਲ ਕਰਦੇ ਨੇ ਗਤੀਵਿਧੀ ਕਰਨ ਦੇ ਲਈ ਜੋ ਆਮ ਤੌਰ ਤੇ ਚੁੱਪ ਰਹਿੰਦਾ ਹੈ, he inspires him naturally by exploiting his existing quality of inner patience and confidence। ਹੁਣ ਦੇਖੋ, ਉਹ ਬੱਚਾ ਜਿਹੜਾ ਬਿਲਕੁਲ ਹਿੱਸਾ ਨਹੀਂ ਲੈਂਦਾ, ਉਹ ਸ਼ਾਂਤ ਹੀ ਰਹਿੰਦਾ ਹੈ, ਠੀਕ ਹੈ, ਉਹਦੇ 'ਚ ਕੰਟੈਂਟਮੈਂਟ ਹੈਗੀ ਹੈ ਵੀ ਮੈਂ ਸੰਤੁਸ਼ਟ ਹੈਗਾ, ਤੇ ਟੀਚਰ ਕੀ ਕਰ ਰਹੇ ਨੇ, ਉਹਦੀ ਉਹੀ ਕੁਆਲਿਟੀ ਯੂਜ਼ ਕਰ ਰਹੇ ਨੇ। ਜੇ ਆਪਾਂ ਧੱਕਾ ਕਰਕੇ ਪਾ ਰਹੇ ਸੀ ਉਹ ਪੈ ਨਹੀਂ ਰਿਹਾ ਸੀ। ਹੁਣ ਇਹ ਜਿਹੜੇ ਬੱਚੇ ਨੇ ਜਿਹੜੇ ਹਿੱਸਾ ਨਹੀਂ ਲੈਂਦੇ, ਸ਼ਾਂਤ ਹੁੰਦੇ ਨੇ, ਉਹੀ ਆਪਣੀ ਕੁਆਲਿਟੀ ਯੂਜ਼ ਕਰਕੇ ਉਹਨਾਂ ਨੇ ਸ਼ਾਂਤੀ ਦੇ ਨਾਲ ਪੂਰਾ ਜ਼ੋਰ ਲਾ ਕੇ ਅੰਦਰ ਘੁਸਾਤਾ ਨਾ ਪਾਈਪ ਨੂੰ ਆਲੂ ਦੇ। thus they will understand that encouragement and motivation can make every impossible task possible, plus ਉਹਨਾਂ ਨੂੰ ਉਤਸ਼ਾਹ ਵੀ ਮਿਲ ਰਿਹਾ ਸੀ ਬਾਕੀ ਸਾਰਿਆਂ ਦਾ ਵੀ ਹਾਂ ਹਾਂ ਤੁਸੀਂ ਕਰ ਦੋਗੇ, ਕਰਕੇ ਦਿਖਾਓਗੇ, ਜਿਹਦੇ ਕਰਕੇ ਹੋ ਸਕਦਾ ਉਹਨਾਂ ਨੇ ਉਹ ਕਰਤਾ ਹੋਏ ਜੋ ਬਾਕੀ ਲੋਕਾਂ ਤੋਂ ਨਹੀਂ ਹੋਏ। ਚੌਥਾ ਰਿਫਲੈਕਸ਼ਨ, ਯਾਨੀ ਝਾਤੀ ਮਾਰਨਾ, ਜਦ ਤੁਸੀਂ ਕੁਝ ਕਰ ਲੈਂਦੇ ਹੋ ਤੁਸੀਂ ਸਹੀ ਕੀਤਾ ਹੈ ਗਲਤ ਕੀਤਾ ਹੈ। it has become clear to us from this activity that if we are completely tension free, ਇਸ ਗਤੀਵਿਧੀ ਤੋਂ ਤਾਂ ਇਹ ਪਤਾ ਚੱਲਿਆ ਨਾ ਵੀ ਜੇਕਰ ਅਸੀਂ ਬਿਲਕੁਲ ਤਣਾਅ ਮੁਕਤ ਹੈਗੇ ਆ, we can with our patience, contentment and consistency make any impossible task possible। ਤੇ ਜੇ ਆਪਾਂ ਟੈਨਸ਼ਨ ਮੁਕਤ ਹੈਗੇ ਆ ਫਿਰ ਆਪਾਂ ਧੀਰਜ ਦੇ ਨਾਲ, ਸੰਤੁਸ਼ਟੀ ਦੇ ਨਾਲ ਤੇ ਪੂਰੀ ਤਰ੍ਹਾਂ ਮਿਹਨਤ ਕਰ ਕਰਕੇ ਕੋਈ ਵੀ ਨਾ ਹੋਣ ਵਾਲਾ ਟਾਸਕ ਵੀ ਕਰ ਸਕਦੇ ਹਾਂ। So it is not difficult to do any work, ਕੋਈ ਕੰਮ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ। pursue subject, course or job, ਕਿਸੇ ਸਬਜੈਕਟ ਨੂੰ ਫੋਲੋ ਕਰਨਾ, ਆਪਣੀ ਦਿਲਚਸਪੀ ਨੂੰ ਫੋਲੋ ਕਰਨਾ ਕੁਝ ਔਖਾ ਨਹੀਂ ਹੈ। rather with the above qualities, difficult circumstances can be overcome, ਸਗੋਂ ਬਿਨਾਂ ਟੈਨਸ਼ਨ ਲਏ ਜੋ ਮੁਸ਼ਕਲਾਂ ਹੈਗੀਆਂ ਨੇ ਤੁਸੀਂ ਉਹਨਾਂ ਤੇ ਜਿੱਤ ਹਾਸਲ ਕਰ ਸਕਦੇ ਹੋ। ਬਸ ਆਪਣਾ ਦਿਮਾਗ ਸ਼ਾਂਤ ਰੱਖਿਓ, ਪੇਸ਼ੈਂਸ ਰੱਖਿਓ, ਕਰੇਜ, ਹਿੰਮਤ ਰੱਖਿਓ ਤੇ ਇਹ ਸੋਚਿਓ ਵੀ ਅਸੀਂ ਗਿਵ ਅਪ ਨਹੀਂ ਕਰਨਾ, ਅਸੀਂ ਸੋਚ ਸਮਝ ਕੇ ਕੰਮ ਕਰਨਾ ਹੈ, ਆਪਣੇ ਪੇਰੈਂਟਸ ਦੀ ਗੱਲ ਮੰਨਣੀ ਹੈ,
फिर तां कोई भी चीज़ जिहड़ी असंभव हैगी है वो हासिल हो जाएगी, वो पूरी हो जाएगी। आ देखो ਇੱਥੇ ਹੁਣ ਵਰਕਸ਼ੀਟ ਦਿੱਤੀ ਹੋਈ ਹੈ। ਪਹਿਲਾ ਸਵਾਲ ਹੈਗਾ, ਰਾਈਟ ਐਨੀ ਅਦਰ ਐਕਟੀਵਿਟੀ ਲਾਈਕ ਦ ਵਨ ਅਬਵ ਵਿਚ ਹੈਜ਼ ਮੇਡ ਦੀ ਇੰਪੋਸੀਬਲ ਪੋਸੀਬਲ। ਜਿਵੇਂ ਉੱਤੇ ਇੱਕ ਗਤੀਵਿਧੀ ਸੀ ਵੀ ਆਲੂ ਦੇ ਵਿੱਚ ਮੁਸ਼ਕਲ ਹੀ ਸੀ ਉਹ ਸਟ੍ਰॉ ਨੂੰ ਫਸਾਣਾ, ਇਹੀ ਜੀ ਤੁਸੀਂ ਵੀ ਇੱਕ ਗਤੀਵਿਧੀ ਦੱਸੋ ਜਿਹਦੇ ਚ ਤੁਸੀਂ ਦੇਖਿਆ ਹੋਏ ਵੀ ਹਾਂ ਇਹ ਨਾਮੁਮਕਿਨ ਸੀ ਪਰ ਮੁਮਕਿਨ ਹੋ ਗਿਆ। देखो मैं इत्थे आंसर लिखिया, इंसर्टिंग अ स्ट्रॉ इन अ पोटैटो इज एन एक्टिविटी दैट वुड मेक वन कामर। भी बंदे नू शांत बना दिंदा है, ये जी गतिविधि हैगी है। Such an activity would be to balance a coin on the water। आपां एक सिक्के नू पानी दे उत्ते बैलेंस करके रखना है, भी वो थल्ले नहीं जाना चाहिए। You have to put a coin on a paper on the water। ये पानी है, एक पेपर ते एक सिक्का रखना है ते ओदे ते बैलेंस करना है भी वो चलदा जाए। Now slowly remove the paper so that the coin can float। हुण तुसी हौली देनी ये जिहड़ा पेपर हैगा इनू हटा दो ताकि जिहड़ा सिक्का है वो फ्लोट करना शुरू कर दे। हौली देनी रखना है पेपर दे उत्ते सिक्का रख के पानी दे विच, फिर पेपर नू हौली देनी हटा के ये जिहड़ा सिक्का है पानी दे विच डुबेगा नहीं, फ्लोट करूगा, तैरेगा। अगे चलते हैं दूजा सवाल, राइट अबाउट अ टास्क which you were able to solve it with confidence despite being in anxiety and stress। ਹੁਣ ਤੁਸੀਂ ਗਤੀਵਿਧੀ ਜਾਂ ਕੰਮ ਉਹਦੇ ਬਾਰੇ ਲਿਖਣਾ ਹੈ ਜੋ ਤੁਸੀਂ ਪੂਰਾ ਕੀਤਾ ਪੂਰਾ ਕੌਨਫੀਡੈਂਸ ਦੇ ਨਾਲ, ਹਾਲਾਂਕਿ ਤੁਸੀਂ ਬਹੁਤ ਟੈਨਸ਼ਨ ਦੇ ਵਿੱਚ ਸੀ, ਚਿੰਤਾ ਸੀ, ਤੁਹਾਨੂੰ ਸਟ੍ਰੈਸ ਸੀ, ਬਟ ਫਿਰ ਵੀ ਤੁਸੀਂ ਕਰ ਲਿਆ। देखो ਇਹਦਾ मैं ਇੱਥੇ ਲਿਖਿਆ आंसर, एक बार ਦੀ ਗੱਲ ਹੈ, एक शो हो रहा सी। It was the first show in which I was ever going to perform in front of so many people। पहली बार इन्ने लोकां सामने मैं परफॉर्मेंस देनी सी। I have been a great singer, इदां दी आवाज मेरी वधिया इदां दा, but I had mostly sang in front of my friends, family and school। पर ज़्यादातर अज तक जिहड़ा मैं गाना गाया अपने दोस्तां सामने, स्कूल दे दोस्त लोकां सामने, टीचरां सामने, फैमिली सामने। This was a show on a stage। ऐतकी तां मैं स्टेज ते परफॉर्म करना सी with a mic and judges waiting for my performance। माइक लैके परफॉर्म करना सी ते जजेस ने मैनू जज करना सी, इन्हां लोकां सामने परफॉर्म करना सी। I was scared and nervous। मैं बहुत घबराया होया सी, डरिया होया सी। Thoughts like what if this goes wrong came to my mind। दिमाग च विचार आ रहे सी भी जे गड़बड़ होगी फिर, जे गलत हो गया फिर। I was perspiring, कहने का मतलब मैनू पसीने आ रहे सी। Beads of perspiration were visible on my forehead। मतलब पसीना जेड़ा सी वो मेरे मत्थे ते दिखाई दे रहा सी। That is when I closed my eyes and took long breaths। ते फिर उस तो बाद मैं अपनी अखां बंद कीतियां ते लंबे लंबे साह लेने शुरू करते। I remembered my parents and thought about my goal। मैं अपने पेरेंट्स बारे सोचा, उन्हां नूं याद कीता ते अपने गोल बारे सोचा। I meditated for 10 seconds। मैं 10 सेकंड ਲਈ ध्यान लाया and that is how I felt much more calmer। ਤੇ ਉਸ ਤੋਂ ਬਾਅਦ मैं बहुत शांत हो गया, ਵਧੀਆ ਲੱਗਿਆ। Then I went on the stage in a very calm mind। ਇੱਥੇ ਆਏਗਾ with। ਤੇ ਫਿਰ मैं stage ਤੇ ਗਿਆ ਬੜੇ ਸ਼ਾਂਤ ਦਿਮਾਗ ਦੇ ਨਾਲ and rocked the performance। ਤੇ ਫਿਰ मैं ਫਟੇ ਚੁੱਕੀ। I gave my best performance and received a standing ovation from all the panels। जिन्ने भी बंदे सी, जजेस सी, सारियां ने खड़े होके रिस्पेक्ट दिखाई भी बहुत वधिया परफॉर्मेंस सी। Even though I was nervous and anxious, हालांकि मैं बहुत घबराया होया सी, टेंशन सी, I became calm and gave my best performance। फिर मैं अपने आप नू शांत कीता ते वधिया परफॉर्मेंस दित्ती। At the end of the day it is all about controlling emotions। अखीर च आपां ਇਹ ਕਹਿ ਸਕਦੇ ਹਾਂ ਨਾ ਵੀ ਆਪਣੀ ਭਾਵਨਾਵਾਂ ਤੇ ਕਿਵੇਂ ਕੰਟਰੋਲ ਕਰਨਾ ਹੈ, ਉਹੀ ਆਣਾ ਚਾਹੀਦਾ ਤੇ ਫਿਰ ਤੁਹਾਡੀ ਹਾਰ ਜਾਂ ਜਿੱਤ ਦਾ ਫੈਸਲਾ ਹੁੰਦਾ ਹੈ। Third, which new way of life did you experience from the above role play activity। ਉੱਤੇ ਜਿੰਨੀ ਵੀ ਐਕਟੀਵਿਟੀਆਂ ਦਿੱਤੀਆਂ ਹੋਈਆਂ ਉਹਦੇ ਤੋਂ ਕੀ ਤੁਸੀਂ ਜੀਣ ਦਾ ਕੋਈ ਨਵਾਂ ਤਰੀਕਾ ਸਿੱਖਿਆ ਲਾਈਫ ਨੂੰ ਜੀਣ ਦਾ। ਰਾਈਟ ਇਨ ਯੋਰ ਓਨ ਵਰਡਸ, ਆਪਣੇ ਸ਼ਬਦਾਂ ਵਿੱਚ ਲਿਖੋ। ਦੇਖੋ मैं इन्हां चीज़ां तो ये सीखिया है, I found how to express myself wisely। भी मैं समझदारी दे नाल अपने आप नूं किवें लोकां तक
अपना मैसेज मतलब उन्होंने समझा सका, उन्होंने दर्शा सका, वो किवें करना है। I could contain and control my emotions through the role play। ਇਹ ਗਤੀਵਿਧੀ ਕਰਕੇ ਮੈਂ ਸਮਝਦਾਰੀ ਨਾਲ ਆਪਣੀ ਭਾਵਨਾਵਾਂ ਤੇ ਕੰਟਰੋਲ ਕਰ ਸਕਦੀ ਹਾਂ, ਉਹਨੂੰ ਕੰਟੇਨ ਕਰ ਸਕਦੀ ਹਾਂ, ਗੁੱਸਾ ਆ ਰਿਹਾ ਉਹਨੂੰ ਰੋਕ ਸਕਦੀ ਹਾਂ। I would be more empathetic because of it। ਮੈਂ ਇਹ ਕਰਕੇ ਦੂਜਿਆਂ ਦਾ ਜਿਹੜਾ ਦੁੱਖ ਦਰਦ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਸਕਦੀ ਹਾਂ, ਮਹਿਸੂਸ ਕਰ ਸਕਦੀ ਹਾਂ। I learned how to react and act in different circumstances। ਵੀ ਵੱਖ-ਵੱਖ circumstances ਦੇ ਵਿੱਚ ਕਿਵੇਂ ਐਕਟ ਕਰਨਾ ਹੈ, ਕਿਵੇਂ ਲੋਕਾਂ ਨਾਲ ਗੱਲ ਕਰਨੀ ਹੈ। It helped me control my anger and be more composed। ਕਿਵੇਂ ਹੋਰ ਸ਼ਾਂਤ ਰਹਿਣਾ ਹੈ, ਗੁੱਸੇ ਨੂੰ ਕਾਬੂ 'ਚ ਕਰਨਾ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਸਿੱਖਿਆ। Indeed, role playing is very beneficial to an individual। ਇਹ ਜਿਹੜਾ role play ਕਰਕੇ ਅਸੀਂ ਦੂਜੇ ਦੀ ਭਾਵਨਾਵਾਂ ਨੂੰ ਸਮਝਦੇ ਹਾਂ ਤੇ ਫਿਰ ਦਰਸਾਉਂਦੇ ਹਾਂ, ਇਹ ਅਸਲ ਦੇ ਵਿੱਚ ਲੋਕਾਂ ਲਈ, ਬੱਚਿਆਂ ਲਈ ਬਹੁਤ ਲਾਭਦਾਇਕ ਹੈਗਾ। ਤੇ ਇਹ ਸੀ ਬੇਟਾ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਚੈਪਟਰ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ, ਪਰ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।